के द्वारे दीजे बुद्ध बदेगा वो बरीक मात्र गुरु तो नाम है सतगुरु तो होए तो थे पाने वाले जड़ा के संतना पुरख तन के तक दूसरा ये बेटा बनारस है बेटा दूसरी का मौका है केवल 3 बंदे ने उत्थे ਜਿਹੜੇ ਪ੍ਰੇਮ ਦੇ ਨਾਲ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੇ, ਪਰਮੇਸ਼ਰ ਦਾ ਜਪ ਕਰਨ ਵਾਲੇ ਨੇ, ਪਰਮੇਸ਼ਰ ਦਾ ਤਪ ਕਰਨ ਵਾਲੇ ਨੇ, ਉਹ ਕੇਵਲ ਤੇ ਕੇਵਲ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ। ਸੋ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ, ਭਗਤ ਰਵਿਦਾਸ ਹੈ, ਭਗਤ कबीर है, भगत रामानंद भगत सतनाम, कोई वड्डी गिनती नहीं, सारा बनारस भरमती विच है, सारी दी सारी काशी पंडितां नाल भरी पई, पर असली सच किसी को भी है नहीं। आखो सतनाम। इस करके भगत भावें अनपढ़ होवे पर ਜਿਹੜਾ ਉਹਦੇ ਕੋਲ ਗੁਰੂ ਦਾ ਦਿੱਤਾ ਹੋਇਆ ਗਿਆਨ ਹੈ ਨਾ, ਜਿਸ ਦਿਨ ਉਹ ਹਿਰਦੇ 'ਚ ਨਾਮ ਵਸ ਜਾਂਦਾ ਹੈ, ਫਿਰ ਉਹ ਤਿੰਨਾਂ ਸਮਿਆਂ ਦੇ ਵਿੱਚ ਸਮੇਂ ਤੋਂ ਬਾਹਰ ਵੀ ਭਗਤ ਨੂੰ ਪ੍ਰਗਟ ਕਰ ਦਿੰਦਾ। ਆਖੋ ਸਤਨਾਮ। ਉਹ ਮਿਲਦਾ ਹੈ ਵਿਵੇਕ ਦੁਆਰਾ। ਵਿਵੇਕ ਤੇ ਵਿਵੇਕ ਕਿੱਥੋਂ ਮਿਲਣਾ? ਸਤਿਗੁਰੂ ਦੇ ਕੋਲੋਂ, ਗੁਰੂ ਦੇ ਕੋਲੋਂ। ਜਿਹੜਾ ਸਾਡੇ ਕੋਲ ਗਿਆਨ ਹੈ ਉਕਤੀਆਂ ਜੁਗਤੀਆਂ ਵਾਲਾ ਹੈ, ਸਾਰੇ ਦਾ ਸਾਰਾ। ਜਿਹੜਾ ਸਾਡੇ ਕੋਲ ਪ੍ਰਚੰਡ ਗਿਆਨ ਹੈ ਨਾ, ਅੱਜ ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਕਰਦੇ ਹੀ ਨਹੀਂ, ਜੇ ਕਰਦੇ ਹਾਂ ਤਾਂ ਥੋੜ੍ਹੀ ਬਹੁਤੀ, ਜਦ ਕਿ ਸ਼੍ਰੋਮਣੀ ਹੈ ਹੀ ਨਾਮ। ਸਤਿਗੁਰਾਂ ਦਾ ਕੋਈ ਸ਼ਬਦ ਲਵੋ, ਉਹਦੇ ਵਿੱਚ ਨਾਮ ਤੋਂ ਬਿਨਾਂ ਹੋਰ ਗੱਲ ਕੋਈ ਹੋਏਗੀ ਨਹੀਂ। ਇੰਨਾ ਨਾਮ ਜਪਣ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ कि भाई ऊठत बैठत सोवत गाइए मार्ग चलत हरे हर गाइए। ये सिमरन सतगुर ते पाइए। वो हुण सतगुरु दे कोल आइए, बैठिए, पुछिए, गुरु दे नाल गलबात करिए तो फिर ही पता लगे ना। विचार मारे तरे तारे उल्ट जून ना आवे। विचारां नूं खत्म करना, भ्रांति नूं खत्म करना, हौमे नूं खत्म करना। आखो सतनाम। हौमे दे नाल जिन्ने भी जीव ने सारे दे सारे नका नक भरे होए। हुण इत्थे भी आपां बैठे हाँ, हाँ थोड़ी बहुती उहदी मकदार घट हो जाएगी पर खत्म नहीं हुई। पर जिदण गुरु ने साडी हौमे हंकार नूं सट मार दित्ती ना, वो खत्म कर दित्ती हिरदे दे विचों, उदण नाम टिकना जी उत्थे, पहलां टिकना भी नहीं। हौमे नावे नाल विरोध है, दोए ना बसे कठाए। हुण असीं इत्थे आके गुरु नूं कहने भाई साडी गल भी सुन, साडा हुक्म भी मन, सानूं चौधर भी चाहिदी है तो नाम भी टिक जावे। आखो सतनाम। इदां दा सौदा नहीं गुरु दे कोल भी नाम टका देवे भाव हौमे दे नाल ना। किसी माई सियाणी नूं पुछ के वेख लो, जिहड़ी दुध की संभाल करदी है, भांडा पलीत होवे तो कदे दुध पावेगी नहीं, तो गुर परमेश्वर किवें कृपा कर दो। भांडा आत्मलीन धोता हछा ना होए सी, गुरु द्वारे होए सोझी पाए सी। इत्थों सोझी लैनी है, वो विवेक बुद्ध अरदास करनी सतगुरां दे चरनां दे विच, गुरु कृपा कर दीजे बुद्ध विवेका। हार परिओ। हाँ इत्थे फिर एक शर्त है, हार परिओ। हुण मैं किते होर ठाकुर द्वारे नहीं जाता, किसी मंदिर दीयां पौड़ियां नहीं चढ़दा, किसी गिरजे घर विच नहीं जाता। प्रभ सब कुछ छोड़ मैं तू ही ते आया। केवल ते केवल एक दे उत्ते भरोसा टिक जावे। पहली प्रॉब्लम तो साडी इत्थे ही खड़ी है कि असीं एक नूं मनदे ही नहीं। इत्थे बहुत वड्डा सिख जगत दा जिहड़ा वड्डा हिस्सा ना फेल हो जाता। सानू गुरु ते भरोसा ही नहीं, विश्वास ही नहीं। झां के हृदय विश्वास प्रभ आया,
ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਮਨ ਵਿੱਚ ਵਸਣਾ ਹੈ। ਤੇ ਫਿਰ ਚਾਹੇ ਉਹ ਕਿੱਡਾ ਵੀ ਕਿਸੇ ਭਗਤ ਦਾ ਨਜ਼ਦੀਕ ਨਾ ਹੋਵੇ, ਨੇੜੇ ਦਾ ਰਿਸ਼ਤੇਦਾਰ ਨਾ ਹੋਵੇ, ਭਾਵੇਂ ਉਹਦੇ ਮਾਂ ਪਿਓ ਵੀ ਨਾ ਹੋਣ। ਕਬੀਰ ਦੀ ਮਾਈ, ਕਬੀਰ ਦੀ ਬਾਣੀ ਪੜ੍ਹ ਕੇ ਵੇਖੋ, ਸਭ ਕਹਿੰਦੇ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਦਕ ਕੈਸੇ ਜੀਵੇ ਰਘੁਰਾਈ, ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਦਿਓ ਹੈ ਸਰੀਰ। ਆਖੋ ਸਤਨਾਮ। ਹੁਣ ਜਿਹੜੀਆਂ ਕਬੀਰ ਵਰਗੀਆਂ ਆਤਮਾ ਭਾਈ, ਉਹਨਾਂ ਦਾ ਨਾਮਣਾ ਹੈ ਸੰਸਾਰ ਦੇ ਵਿੱਚ। ਕਿਉਂ ਹੈ? ਕਿਉਂਕਿ ਉਹਨਾਂ ਨੇ ਬਖਸ਼ਿਸ਼ ਪ੍ਰਾਪਤ ਕਰ ਲਈ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ। ਉਹਨਾਂ ਨੂੰ ਅਸੀਂ ਜਪਾਉਣ ਤੇ ਲੱਗ ਪੈਂਦੇ, ਪਰ ਜਪਦੇ ਹੈ ਨਹੀਂ। ਕਿਤੇ ਕਬੀਰ ਸਾਹਿਬ ਦਾ ਸ਼ਲੋਕ ਪੜ੍ਹਿਆ ਕਰੋ, ਖਾਸ ਕਰਕੇ ਸਾਡਾ ਜੋ ਵਿਦਵਾਨ ਵਰਗ ਹੈ, ਗ੍ਰੰਥੀ ਸਿੰਘ ਨੇ, ਕਥਾਵਾਚਕ ਨੇ, ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਕਬੀਰ ਅਵਰੇ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਜਪਿਆ ਤੇ ਹੈ ਨਹੀਂ, ਦੇਖਿਆ ਤੇ ਹੈ ਨਹੀਂ, ਦਿਖਾਉਣ ਦੀ ਚਾਹਨਾ, ਪਰ ਨਹੀਂ ਸਤਿਗੁਰੂ ਦੇ ਕੋਲੋਂ ਅਸੀਸ ਮੰਗਣੀ। ਗੁਰੂ ਕਿਰਪਾ ਕਰ, ਆਪ ਬਖਸ਼ੰਦ ਹੋ, ਕਿਉਂਕਿ ਮੈਂ ਮੰਨ ਲਿਆ ਕਿ ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ। ਕਿੰਨੇ ਅਵਗੁਣ ਨੇ, ਇਹਨਾਂ ਵੱਲ ਧਿਆਨ ਮਾਰਿਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਮੰਨਦੇ ਉਸ ਗੱਲ ਨੂੰ? ਪਰ ਨਹੀਂ, ਸਾਨੂੰ ਨਹੀਂ ਲੱਗਦਾ ਕਿ ਅਸੀਂ ਕਦੀ ਅਵਗੁਣ ਕੀਤੇ ਹੋਣਗੇ, ਕੋਈ ਗੁਨਾਹ ਕੀਤਾ ਹੋਵੇਗਾ, ਕੋਈ ਪਾਪ ਕੀਤਾ ਹੋਵੇਗਾ। ਇਹ ਬਹੁਤ ਵੱਡੀ ਸੂਖਸ਼ਮ ਵਿਚਾਰਧਾਰਾ ਹੈ। ਸੁਭਾਅ ਇਸ ਗੱਲ ਦੀ ਜ਼ਰੂਰਤ ਹੈ ਕਿ ਜੇ ਨਾਮ ਜਪਣ ਦੀ ਚਾਹਨਾ ਹੈ, ਨਾਮ ਦੀ ਪ੍ਰਾਪਤੀ ਦੀ ਚਾਹਨਾ ਹੈ, ਇਹਨਾਂ ਵਿਸ਼ੁੱਧੀਆਂ ਦਾ, ਇਹਨਾਂ ਗੁਰਬਾਣੀ ਬਿਰਤਾਂਤਾਂ ਦਾ ਮਨ ਵਿੱਚ ਜ਼ਰੂਰ ਭਾਵ ਪੈਦਾ ਹੋਣਾ ਚਾਹੀਦਾ। ਸਵਾਲ ਨਾਲ ਦੀ ਨਾਲ ਵਿਚਾਰ ਕਰਾਂਗੇ। ਜੋ ਲੜੀਵਾਰ ਇਤਿਹਾਸ ਹੈ, ਸਤਿਗੁਰਾਂ ਦਾ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ, ਮਾਤ ਘਰ ਜਾਤ ਬਿਲਖਾਤ ਬਿਰਹਾ ਤੋਰੀ ਤੇ, ਉਤੋ ਇਕ ਤਾਤ ਸੋ ਵਿਦੇਸ਼ ਜਾਨ ਠਾਨਹੀ। ਮਾਤਾ ਕੌਣ? ਗੁਰਦੇਵ ਮਾਤਾ, ਗੁਰਦੇਵ ਪਿਤਾ। ਉਹ ਜੋ ਸਾਡੀ ਸ਼੍ਰੋਮਣੀ ਮਾਂ, ਜਗਤ ਗੁਰੂ ਨਾਨਕ ਦੀ ਜਨਨੀ ਮਾਤਾ ਤ੍ਰਿਪਤਾ ਜੀ। ਮਾਤ ਘਰ ਜਾਤ ਬਿਖਲਾਤ ਬਿਰਹਾ ਤੁਰੀ ਤੇ, ਉਤੋਂ ਇਕ ਤਾਤ ਸੋ ਵਿਦੇਸ਼ ਜਾਨ ਠਾਨਹੀ। ਹੁਣ ਸਾਡੇ ਘਰਾਂ ਦੇ ਵਿੱਚ ਵੀ ਇੱਕ ਹੀ ਹੈ ਨਾ। ਉਹ ਕਹਿੰਦਾ ਸਾਡੀਆਂ ਲੋੜਾਂ ਦੀ ਪੂਰਤੀ ਨਹੀਂ, ਇੱਥੇ ਕਿੱਥੇ ਚੱਲ ਗਏ? ਬਾਹਰ ਚਲੇ ਗਏ। ਪਰ ਸਾਡਾ ਜਾਣਾ ਕੁਝ ਹੋਰ ਹੈ, ਗੁਰੂ ਨਾਨਕ ਦਾ ਜਾਣਾ ਕੁਝ ਹੋਰ ਹੈ। ਗੁਰੂ ਨਾਨਕ ਕਿਸ ਮੰਤਵ ਲਈ ਚੱਲੇ ਨੇ? ਸਾਡਾ ਮੰਤਵ ਜੋ ਇੱਥੇ ਹੈ, ਸਾਡਾ ਬਾਹਰ ਜਾ ਕੇ ਵੀ ਹੋ ਗਈ। 18 ਘੰਟੇ ਕੰਮ ਕਰਨਾ। ਗੁਰੂ ਨਾਨਕ ਨੇ ਬੜੇ ਵੱਡੇ ਕਿਰਪਾ ਤੋਂ ਬਾਅਦ ਇਹ ਸਾਨੂੰ ਸਿਧਾਂਤ ਦਿੱਤਾ ਸੀ। ਕਿਹੜਾ? ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। ਪਰ ਅਸੀਂ ਇਹਨੂੰ ਉਲਟਾ ਲਿਆ। ਅਸੀਂ ਕੀ ਕਰਦੇ ਹਾਂ? ਜਿਹੜੀ ਨਾਮ ਵਾਲੀ ਗੱਲ ਸੀ ਉਹ ਪਿੱਛੇ ਪਾ ਲਈ, ਜਿਹੜੀ ਕਿਰਤ ਵਾਲੀ ਸੀ ਅੱਗੇ ਲੈ ਜਾਂਦੀ। ਆਪਾਂ ਸਤਿਨਾਮ। ਕਿਰਤੀਆਂ ਨੇ ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦੇ ਭਾਈ ਕਿਰਤ ਕਰੋ, ਚੰਗੇ ਕੰਮ ਕਰੋ, ਨਾਮ ਜਪਣ ਦੀ ਲੋੜ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇੱਕ ਸ਼ਬਦ ਅੱਜ ਆਇਆ ਹੁਕਮਨਾਮੇ ਦੇ ਰੂਪ 'ਚ। ਕਹਿੰਦੇ ਗੁਰ ਪੂਰੇ ਕਿਰਪਾ ਧਾਰੀ, ਪ੍ਰਭ ਪੂਰੀ। ਹੁਣ ਲੋਚਾ ਕੀ ਹੈ? ਇੱਛਾ, ਇੱਛਾਵਾਂ, ਖਾਹਿਸ਼ਾਂ, ਉਹਨਾਂ ਦੀ ਤਾਦਾਦ ਬੜੀ ਵੱਡੀ ਲਿਖੀ ਸਤਿਗੁਰਾਂ ਨੇ। ਕਹਿੰਦੇ ਕਿਸੇ ਦੇ ਮਨ ਵਿੱਚ ਇੱਕ ਇੱਛਾ ਪੂਰੀ ਹੁੰਦੀ ਨਾ, ਉੱਥੇ ਫਿਰ 10 ਇੱਛਾਵਾਂ ਹੋਰ ਜਨਮ ਲੈ ਲੈਂਦੀਆਂ।
10 ਪੂਰੀਆਂ ਹੋਈਆਂ 100 ਫੜੀਆਂ, 100 ਪੂਰੀਆਂ 1000, 1000 ਵੀ ਪੂਰੀਆਂ ਹੋ ਜਾਣ ਤੇ ਫਿਰ 10,000 ਖੜੀਆਂ। ਪਰ ਐਡਾ ਜੀਵਨ ਨਹੀਂ ਕਿ ਸਾਰੀਆਂ ਪੂਰੀਆਂ ਹੋ ਜਾਣ, ਫਿਰ ਜੀਵਨ ਮੁੱਕ ਜਾਂਦਾ, ਇਛਾਵਾਂ ਦੀ ਪੂਰਤੀ ਨਹੀਂ ਹੁੰਦੀ। ਹੁਣ ਗੁਰਦੇਵ ਕਹਿੰਦੇ ਭਾਈ ਸਤਿਗੁਰਾਂ ਨੇ ਲੋਚਾ ਪੂਰੀ ਕਰ ਦਿੱਤੀ। ਉਹ ਲੋਚਾ ਕਿਹੜੀ ਸੀ? ਨਾਮ ਸਿਮਰਨ ਦੀ ਦਾਤ ਦੀ, ਆਖੋ ਸਤਿਨਾਮ। ਉਹ ਜਦੋਂ ਗੁਰੂ ਨੇ ਪੂਰੀ ਕੀਤੀ ਨਾ, ਫਿਰ ਕੋਈ ਨਹੀਂ ਪਨਪਦੀ। ਉਹ ਤਾਂਘ ਸਾਡੇ ਵਿੱਚ ਹੈ ਨਹੀਂ। ਸਾਡੇ ਵਿੱਚ ਜਿਹੜੀਆਂ ਇਛਾਵਾਂ ਨੇ ਨਾ, ਉਹ ਪਦਾਰਥਵਾਦੀ ਨੇ, ਮਟੀਰੀਅਲਿਜ਼ਮ ਹੈ ਸਾਰੇ ਦਾ ਸਾਰਾ। ਕਿਉਂਕਿ ਅਸੀਂ ਦਿਖਾਉਣਾ ਚਾਹੁੰਦੇ ਸੰਸਾਰ ਨੂੰ ਕਿ ਮੈਂ ਆਹ ਪ੍ਰਾਪਤ ਕੀਤਾ, ਵੱਡੀ ਕੋਠੀ, ਵੱਡੀ ਕਾਰ, ਵੱਡਾ ਬੰਗਲਾ, ਐਸ਼ੋ ਇਸ਼ਰਤ ਦੇ ਸਾਧਨ ਜਿੰਨੇ ਜ਼ਿਆਦਾ ਹੋਣਗੇ, ਕਹਿੰਦੇ ਵੀ ਉਹ ਹਵਾਂਗੇ ਸੰਸਾਰ ਨੂੰ। ਹੁਣ ਜਿਹੜਾ ਅੰਦਰ ਜਿਹਦੇ ਨਾਮ ਪੈਦਾ ਹੋ ਗਿਆ ਨਾ, ਉਹਦੀ ਪਛਾਣ ਨਹੀਂ ਹੁੰਦੀ ਸਾਨੂੰ। ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਜਿੰਨੇ ਵੀ ਜੀਵ ਹਾਂ ਸਾਰੇ ਤ੍ਰੈ ਗੁਣਾਂ ਦੇ ਵਿੱਚ ਵਰਤਣ ਵਾਲੇ ਹਾਂ। ਭਾਵੇਂ ਸਾਡੇ ਲਾਗੇ ਬੈਠਾ ਹੋਵੇ, ਸਾਨੂੰ ਨਹੀਂ ਲੱਭਣਾ, ਪਤਾ ਨਹੀਂ ਲੱਗਣਾ ਉਹਦਾ, ਕਿਉਂਕਿ ਸਾਡੇ ਅੰਦਰ ਉਹ ਪਾਰਖੂ ਨਿਗਾਹ ਹੀ ਨਹੀਂ, ਸਾਡੇ ਅੰਦਰ ਉਹ ਚੀਜ਼ ਹੀ ਨਹੀਂ ਪਾਈ ਅਜੇ। ਜਿੱਦਣ ਪਿਆ ਗਈ ਉਦਣ ਹੀ ਪਤਾ ਲੱਗਣਾ। ਭਾਵੇਂ ਪਰਮੇਸ਼ਰ ਸਾਡੇ ਕੋਲ ਹੀ ਤਾਂ ਤੁਰਿਆ ਫਿਰਦਾ ਹੋਵੇ, ਅਸੀਂ ਨਹੀਂ ਪਛਾਣ ਸਕਦੇ। ਉਹ ਪਛਾਣਿਆ ਭਗਤਾਂ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇੱਥੇ ਜਿਹੜਾ ਉਪਦੇਸ਼ ਦਿੱਤਾ ਹੈ, ਗੁਰੂ ਨਾਨਕ ਸਾਰੇ ਜਿੱਥੇ ਜਿੱਥੇ ਵੀ, ਭਾਵੇਂ ਧਰਮ ਦੀ ਜਿਹੜੀ ਕਿਰਤ ਦੀ ਭਾਵੇਂ ਕਿਰਨ ਧੁੰਦਲੀ ਸੀ ਨਾ, ਉੱਥੇ ਚੱਲ ਕੇ ਗਏ। ਇਸੇ ਕਰਕੇ ਵਿਦੇਸ਼ ਜਾਣ ਵਾਸਤੇ ਠਾਣਿਆ ਉਹਨਾਂ ਨੇ ਕਿ ਭਾਈ ਦੁਨੀਆ ਭੁੱਲੀ ਫਿਰਦੀ ਹੈ, ਭ੍ਰਾਂਤੀ ਦੇ ਵਿੱਚ ਹੈ, ਭਰਮ ਦੇ ਵਿੱਚ ਹੈ, ਇਹਦਾ ਨਾ ਬੇੜਾ ਬੰਨੇ ਲਾਇਆ ਜਾਵੇ। ਤਾਂ ਗੁਰੂ ਨਾਨਕ ਚੱਲਣ ਵਾਸਤੇ ਠਾਰਿਆ। ਪਰ ਜਿਹੜੀ ਮਾਂ ਹੈ ਉਹਦੇ ਅੰਦਰ ਮਮਤਾ, ਉਹ ਕਹਿੰਦੀ ਇੱਕ ਪੁੱਤ ਜੰਮਿਆ, ਪਰ ਉਹ ਤੋਂ ਚਾਹੀਦੇ ਨੇ ਦੁਨਿਆਵੀ ਸੁੱਖ ਚਾਹੀਦੇ ਨੇ, ਇਹ ਘਰੇ ਰਵੇ, ਬਾਗ ਪਰਿਵਾਰ ਵਿੱਚ ਰਵੇ। ਤੇ ਅੱਜ ਦੀ ਜਿਹੜੀ ਮਾਂ ਹੈ ਨਾ, ਉਹ ਵੀ ਸੋਚਦੀ ਤਾਂ ਹੈ ਵੀ ਪੁੱਤ ਘਰੇ ਰਵੇ, ਪਰ ਜਿੰਨਾ ਚਿਰ ਪਦਾਰਥ ਨਹੀਂ ਉਹਨਾਂ ਚਿਰ ਦੁਨਿਆਵੀ ਸ਼ਾਵਾਂ ਦੀ ਪੂਰਤੀ ਨਹੀਂ। ਸੋ ਇਸ ਕਰਕੇ ਮਾਂ ਕਸੀਸ ਵੱਟ ਲੈਂਦੀ ਹੈ। ਪੁੱਛ ਕੇ ਬੈਠੋ, ਬਹੁਤ ਭੈਣਾਂ ਮੇਰੀਆਂ ਮਾਵਾਂ ਬੈਠੀਆਂ ਨੇ ਜਿਨ੍ਹਾਂ ਦੇ ਪੁੱਤ ਵਿਦੇਸ਼ ਦੇ ਵਿੱਚ ਨੇ, ਤੇ ਮਾਂ ਤੋਂ ਬਿਨਾਂ ਅੰਦਰਾਂ ਤੇ ਅੰਦਰੋਂ ਵਿਲਕਦੀਆਂ ਨੇ, ਜਿੱਦਾਂ ਮਾਂ ਤ੍ਰਿਪਤਾ ਦੀਆਂ ਵਿਲਕਦੀਆਂ ਨੇ, ਪਰ ਪਦਾਰਥਾਂ ਦੇ ਵਿੱਚ ਫਿਰ ਉਹ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਉਹਨਾਂ ਨੂੰ ਘੁੱਟ ਲੈਂਦੀ ਹੈ, ਕਸੀਸ ਵੱਟ ਜਾਂਦੀ ਹੈ, ਦੜੀ ਵੱਟ ਜਾਂਦੀ ਹੈ। ਕੀ ਕਰੀਏ, ਔਖਾ ਹੈ। ਪਰ ਗੁਰੂ ਨਾਨਕ ਨੇ ਇਹੀ ਲੋਕਾਂ ਨੂੰ ਜਿੱਥੇ ਜਿੱਥੇ ਵੀ ਕੁਝ ਧਰਮ ਦੀ ਕਿਰਨ ਦਿਸੀ, ਉੱਥੇ ਜਾ ਕੇ ਸਮਝਾਇਆ ਕਿ ਪਹਾੜਾ ਹੀ ਵੱਡਾ ਪੜ੍ਹਨਾ ਹੈ, ਚਾਹੇ 80 ਦਾ ਪੜ੍ਹ ਲਓ ਤੇ ਚਾਹੇ ਰੁਪਈਏ ਵਾਲਾ ਪੜ੍ਹ ਲਓ, ਫਰਕ ਕੁਝ ਨਹੀਂ ਪੈਂਦਾ। ਪਰ ਹਾਂ, ਅੰਦਰ ਦਾ ਜਿਹੜਾ ਬਿਰਤਾਂਤ ਹੈ ਨਾ, ਉਹ ਕੋਈ ਖੋਲ੍ਹ ਕੇ ਨਹੀਂ ਦਿਖਾਉਂਦਾ। ਇਸ ਕਰਕੇ ਮਾਤ ਘਰ ਜਾਤ ਬਿਖਲਾਤ ਬਿਰਹਾ ਤੁਰੀ ਤੇ ਮੁਤੋ ਇਕਤਾ ਸੋ ਵਿਦੇਸ਼ ਜਾਣ ਠਾਣੇ। ਇੱਕੋ ਇੱਕ ਪੁੱਤ ਸੀ, ਧਾਹਾਂ ਮਾਰ ਮਾਰ ਕੇ ਕਹਿ ਰਹੀ ਹੈ ਆਪਦੀਆਂ ਸਖੀਆਂ ਨੂੰ, ਸਹੇਲੀਆਂ ਨੂੰ, ਬਿਰਹੇ ਦੇ ਵਿੱਚ ਐਨ ਪੁਰਨੀ ਹੋਈ। ਬਿਰਹਾ ਕਿੱਥੇ ਹੁੰਦਾ ਪੈਦਾ? ਜਿੱਥੇ ਪ੍ਰੇਮ ਦੀ ਬੜੀ ਵੱਡੀ ਅਵਸਥਾ ਹੁੰਦੀ ਹੈ। ਤੇ ਮਾਂ ਤੇ ਪੁੱਤ ਦੇ ਪ੍ਰੇਮ ਦੀ ਇੰਨੀਆਂ ਕਥਾਵਾਂ ਨੇ, ਜਿੰਨੀਆਂ ਵੀ ਸਾਂਝੀਆਂ ਕੀਤੀਆਂ ਜਾਣ ਥੋੜ੍ਹੀਆਂ ਪੈ ਜਾਂਦੀਆਂ। ਮਾਂ ਤੇ ਪੁੱਤ ਦਾ ਸਨੇਹ ਕਿੰਨਾ ਹੈ। ਮਾਂ ਨੂੰ ਬਿਰਹੇ ਦੀ ਪੀੜ ਜਦੋਂ ਸਤਾਉਂਦੀ ਹੈ ਨਾ, ਉਹ ਪ੍ਰਸੂਤ ਦੀਆਂ ਪੀੜਾਂ ਤੋਂ ਵੀ ਫਿਰ ਖਤਰਨਾਕ ਹੁੰਦੀ। ਭਾਵੇਂ ਕਿ ਜਿੱਦਣ ਮਾਂ ਪੁੱਤਰ ਨੂੰ ਜਨਮ ਦਿੰਦੀ ਏ, ਬੜੀ ਵੱਡੀ ਪੀੜਾ ਚੱਲਦੀ, ਤਾਂ ਦੁਬਾਰਾ ਜਨਮ ਹੁੰਦਾ ਜੇ, ਪਰ ਜਦੋਂ ਪਤਾ ਲੱਗਦਾ ਨਾ ਘਰ ਪੁੱਤਰ ਪੈਦਾ, ਸਾਰਾ ਕੁਝ ਭੁੱਲ ਜਾਂਦੀ। ਪਰ ਜਿਹੜਾ ਬਿਰਹਾ ਹੈ ਨਾ, ਬਿਰਹਾ ਇੱਥੇ ਉਹਦੇ ਫਿਰ ਜਾਣ ਦਾ, ਦੂਰ ਹੋਣ ਦਾ, ਉਹਨੂੰ ਬੜਾ ਸਤਾਉਂਦਾ ਹੈ। ਇਸੇ ਤਰ੍ਹਾਂ ਮਾਤਾ ਤ੍ਰਿਪਤਾ ਬਿਰਹੇ ਦੇ ਵਿੱਚ ਪੁਰਨੀ ਹੋਈ, ਪੀੜ ਬਰਦਾਸ਼ਤ ਨਹੀਂ ਕਰ ਰਹੀ, ਕਹਿੰਦੀ ਹੈ ਸਖੀਆਂ ਨੂੰ, ਕਹਿੰਦੀ ਇੱਕੋ ਇੱਕ ਪੁੱਤ ਸੀ, ਉਹਨੇ ਵੀ ਵਿਦੇਸ਼ ਜਾਣ ਦੀ ਠਾਣ ਲਈ ਹੈ ਜੀ। ਰਾਏ ਸਮਝਾਇਓ ਨਹਿ ਵਾਕ ਮਨ ਪਾਉ ਕੋ ਉਦਾਸੀਨ ਭਇਓ ਨਾ ਅਵਾਸ ਹਿਤ ਜਾਣਈ। ਬੜੇ ਸਤਿਕਾਰਯੋਗ ਨੇ ਜਿਹੜੀ ਹਸਤੀ ਦਾ ਨਾਮ ਆਇਆ ਹੈ। ਬਹੁਤ ਵਾਰੀ ਉਹਨਾਂ ਦਾ ਆਪਾਂ ਵਿਖਿਆਨ ਸਰਵਣ ਕੀਤਾ। ਮਿੱਤਰਾਂ ਦੇ ਵਿੱਚੋਂ ਮਿੱਤਰ ਨੇ, ਸਤਿਕਾਰਯੋਗ ਨੇ, ਮਹਿਬੂਬ ਕਹਿ ਕੇ ਬੁਲਾਉਂਦੇ ਨੇ ਗੁਰੂ ਨਾਨਕ ਨੂੰ। ਕੌਣ? ਬਹੁਤ ਰੀਸ ਹੈ ਰਾਏ ਭੋਇ ਤਲਵੰਡੀ ਦਾ ਮਾਲਕ, ਰਾਏ ਬੁਲਾਰ ਨਾਮ ਹੈ ਇਸ ਦਾ।
ਪ੍ਰੇਮ ਦੇ ਨਾਲ ਕਹਿੰਦਾ ਹੈ, ਸਮਝਾ ਨਹੀਂ ਸਕਦਾ। ਜਿਹੜਾ ਸਾਰੇ ਜਗਤ ਨੂੰ ਸਮਝਾਉਣ ਵਾਲਾ ਹੋਏ ਉਹਨੂੰ ਕੀ ਸਮਝਾਵਾਂਗੇ? ਆਖੋ ਸਤਿਨਾਮ। ਉਹਨਾਂ ਨੂੰ ਸਮਝਾ ਨਹੀਂ ਸਕਦੇ। ਗੁਰੂ ਨਾਨਕ ਨੂੰ ਕੌਣ ਸਮਝਾਉਣ ਵਾਲਾ ਜੰਮਿਆ ਭਾਈ? ਹਾਂ, ਉੱਦਾਂ ਪ੍ਰੇਮ ਦੇ ਨਾਲ ਕਹਿੰਦੇ ਨੇ ਰਾਏ ਬਲਾਰ ਜੀ। ਕੀ ਆਖਦੇ ਨੇ? ਕਹਿੰਦੇ ਰਾਏ ਸਮਝਾਇਓ ਨਹਿਵਾਕ ਮਨ ਭਾਇਓ। ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਅਸੀਂ ਗੁਰੂ ਨਾਨਕ ਨੂੰ ਸਮਝਾਈਏ। ਜਿਹੜੇ ਬਚਨ ਕਹੇ ਨੇ ਕੋ ਉਦਾਸਨ ਭਇਓ, ਕਿਹੜੀ ਗੱਲੋਂ ਨਿਰਾਸ਼ ਹੋ ਗਏ? ਉਦਾਸੀ ਮਤ ਨੂੰ ਭਾਵ ਉਦਾਸੀਆਂ ਨੂੰ ਚੱਲ ਪਏ, ਘਰ ਬਾਹਰ ਛੱਡ ਦਿੱਤਾ। ਉਦਾਸੀ ਦਾ ਮਤਲਬ ਨਿਰਾਸ਼। ਅਸੀਂ ਆਉਨੇ ਕਹਿੰਦੇ ਗੁਰੂ ਖੁਸ਼ੀਆਂ ਬਖਸ਼ੋ, ਖੇੜੇ ਬਖਸ਼ੋ, ਪਰ ਗੁਰੂ ਕਹਿੰਦਾ ਜਿੰਨਾ ਚਿਰ ਤੁਸੀਂ ਨਿਰਾਸ਼ ਨਹੀਂ ਜੇ ਹੁੰਦੇ ਉਹਨਾਂ ਚਿਰ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਨਹੀਂ ਜੇ ਖੁੱਲ੍ਹਦਾ। ਆਖੋ ਸਤਿਨਾਮ। ਹੁਣ ਕਿੰਨੇ ਨਿਰਾਸ਼ ਨੇ ਇੱਥੇ ਭਾਈ? ਹੁਣ ਸਾਰਿਆਂ ਨੇ ਤਾਂ ਅਰਦਾਸ ਇਹ ਕੀਤੀ, ਗੁਰੂ ਚਾਹੀਦਾ ਆਨੰਦ, ਗੁਰੂ ਚਾਹੀਦੀਆਂ ਖੁਸ਼ੀਆਂ। ਤੇ ਜੇ ਅਸੀਂ ਕਹੀਏ ਭਾਈ ਜਿੰਨਾ ਚਿਰ ਨਿਰਾਸ਼ ਨਹੀਂ ਹੁੰਦੇ, ਉਪਰਾਮ ਨਹੀਂ ਹੁੰਦੇ, ਉਹਨਾਂ ਚਿਰ ਉਹਦਾ ਮਾਰਗ ਨਹੀਂ ਖੁੱਲ੍ਹਦਾ, ਤੇ ਫਿਰ ਕੰਮ ਔਖਾ ਹੋ ਜਾਂਦਾ। ਨਿਰਾਸ਼ ਤੋਂ ਭਾਵ ਕੀ ਹੈ? ਜਗਤ ਤੋਂ ਨਿਰਾਸ਼ਾ, ਸੰਸਾਰ ਤੋਂ ਨਿਰਾਸ਼ਾ, ਨਿਰਾਸ਼ ਹੋ ਜਾਣਾ, ਉਪਰਾਮ ਹੋ ਜਾਣਾ। ਜਿੱਦਣ ਉਪਰਾਮਤਾ ਪੈਦਾ ਹੁੰਦੀ, ਨਿਰਾਸ਼ਤਾ ਪੈਦਾ ਹੁੰਦੀ ਏ, ਜੀ ਉਦਣ ਕਰਦਾ ਹੈ ਕਿ ਚਲੋ ਗੁਰੂ ਦੇ ਕੋਲ ਚਲੀਏ। ਜਿੰਨਾ ਚਿਰ ਮਨ ਖੁਸ਼ੀਆਂ ਦੇ ਨਾਲ ਉਛਲਦਾ ਪਿਆ ਉਦੋਂ ਦਾ ਤਾਂ ਗੁਰੂ ਦਾ ਚੇਤਾ ਹੀ ਨਹੀਂ ਆਉਂਦਾ। ਉਦਣ ਗੁਰੂ ਕਹਿਣ ਨੂੰ ਜੀ ਨਹੀਂ ਕਰਦਾ। ਉਦਣ ਸੰਸਾਰ ਦੇ ਰੌਲੇ ਰੱਪੇ ਦੇ ਵਿੱਚ ਗਵਾ ਜਾਂਦਾ ਮਨੁੱਖ। ਜਿਸ ਦਿਨ ਨਿਰਾਸ਼ ਹੁੰਦਾ ਹੈ, ਨਾਮ ਹੀ ਉਦਣ ਜਪਦਾ ਹੈ। ਆਖੋ ਸਤਿਨਾਮ। ਜਪ ਉਦਣ ਹੀ ਸ਼ੁਰੂ ਹੁੰਦਾ ਹੈ। ਜਪ ਦੀ ਵਿਆਖਿਆ ਹੀ ਉਸ ਦਿਨ ਸ਼ੁਰੂ ਹੁੰਦੀ ਹੈ ਜਿਸ ਦਿਨ ਇਹ ਨਿਰਾਸ਼ ਹੁੰਦਾ ਹੈ। ਬਹੁਤ ਸਾਰੇ ਨੈੱਟ 'ਤੇ ਇਹੋ ਜਿਹੇ ਬੰਦੇ ਨੇ, ਅੱਜ ਆਹ ਸ਼ਬਦ ਸੁਣੋ, ਨਿਰਾਸ਼ਾ ਖਤਮ ਹੋ ਜਾਵੇਗੀ, ਚਿੰਤਾ ਖਤਮ ਹੋ ਜਾਵੇਗੀ, ਪਰ ਉਹਨਾਂ ਨੂੰ ਕੌਣ ਦੱਸੇ ਜਿਸ ਦਿਨ ਨਿਰਾਸ਼ ਹੋਵੇਗਾ ਉਸ ਦਿਨ ਤਾਂ ਗੁਰੂ ਕੋਲ ਆਵੇਗਾ, ਪਹਿਲਾਂ ਤਾਂ ਮੰਗਾਂ ਲੈ ਕੇ ਹੀ ਆਵੇਗਾ, ਪਹਿਲਾਂ ਤਾਂ ਆਪਦਾ ਹੁਕਮ ਹੀ ਸੁਣਾਵੇਗਾ ਆ ਕੇ ਗੁਰੂ ਨੂੰ। ਗੁਰੂ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਮੰਗਤਾ ਹੀ ਬਣਿਆ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਦਾਤਾ ਤੇ ਇੱਕ ਹੀ ਹੈ, ਪਰ ਉਹਨਾਂ ਚਿਰ ਭਿਖਾਰੀ ਬਣਿਆ ਤੇ ਤਾਂ ਰੱਜਦਾ ਹੀ ਨਹੀਂ, ਮੰਗ ਮੰਗ ਕੇ ਭਿਖਾਰੀ ਬਣਿਆ ਰਹਿੰਦਾ। ਤੇ ਜਿੱਦਣ ਉਹਦੇ ਵਰਗਾ ਹੋ ਜਾਂਦਾ ਤਾਂ ਫੇਰ ਹੀ ਦਾਤਾ ਬਣਦਾ। ਉਦਣ ਕਿਸ ਦਿਨ ਦਾਤਾ ਬਣੇਗਾ? ਜਿੱਦਣ ਇਹ ਸੰਸਾਰ ਦਾ ਖਹਿੜਾ ਛੱਡੇਗਾ। ਹੁਣ ਇੱਕ ਪ੍ਰੇਮ ਭਰੀ ਗੱਲ ਕੀਤੀ ਕਿਸੇ ਮਹਾਂਪੁਰਖ ਤਤਵੇ ਤੇ ਪੁਰਸ਼ ਨੇ। ਉਹ ਕਹਿੰਦੇ ਜਿਹੜਾ ਮਹਾਂਪੁਰਖ ਤਤਵੇਤਾ ਹੁੰਦਾ ਨਾ, ਉਹਨੂੰ ਘੱਟੋ ਘੱਟ ਆਪਣੇ 100 ਜਨਮਾਂ ਦਾ ਪਤਾ ਹੁੰਦਾ, ਪਿਛਲੇ ਕਿਹੜੇ ਕਿਹੜੇ ਪਰਿਵਾਰਾਂ ਦੇ ਵਿੱਚੋਂ ਆਏ। ਜਦੋਂ ਇਹ ਗੱਲ ਕਹੀ ਨਾ ਤੇ ਕਹਿੰਦੇ ਸਾਨੂੰ ਕਿਉਂ ਨਹੀਂ ਪਤਾ? ਕਹਿੰਦੇ ਪਰਮੇਸ਼ਰ ਬਹੁਤ ਤੀਵਰ ਬੁੱਧੀ ਦਾ ਮਾਲਕ ਹੈ। ਹੁਣ ਇਸ ਜਨਮ ਵਿੱਚ ਸਾਨੂੰ ਆਪਣੇ ਬਾਗ ਪਰਿਵਾਰ ਦਾ ਪਤਾ ਨਾ ਵੀ ਆ ਸਾਡੇ ਧੀਆਂ ਪੁੱਤ ਨੇ, ਆ ਸਾਡੇ ਰਿਸ਼ਤੇ ਨਾਤੇ ਨੇ, ਤੇ ਸਾਰੀ ਉਮਰ ਉਹਨਾਂ ਵਾਸਤੇ ਟੁੱਟ ਟੁੱਟ ਮਰਦੇ ਰਹੀਦਾ। ਹਰ ਸਤਿਨਾਮ। ਪਰਮੇਸ਼ਰ ਨੇ ਪਰਦਾ ਪਾ ਕੇ ਰੱਖਿਆ ਕਿ ਕਿਤੇ ਇਹਨੂੰ ਪਿਛਲੇ ਜਨਮਾਂ ਦਾ ਪਤਾ ਲੱਗ ਗਿਆ ਤੇ ਇਹਨੇ ਉਹਨਾਂ ਵਾਸਤੇ ਵੀ ਤੁਰ ਪੈਣਾ ਠੱਗੀ ਮਾਰਨ, ਦੁਸ਼ਟ ਕਰਮ ਕਰਨ ਵਾਸਤੇ ਉਹਨਾਂ ਵੱਲ ਵੀ ਤੁਰ ਪੈਣਾ ਵੀ ਨਹੀਂ ਉਹਨਾਂ ਦਾ ਵੀ ਭਲਾ ਕਰਨਾ, ਭਾਵੇਂ ਆਪ ਦਾ ਬੁਰਾ ਹੋ ਜਾਵੇ। ਉਹ ਕਹਿੰਦੇ ਸੰਪੇ ਕਾਰਨ ਚਾਕਰ ਚੋਰ, ਸੰਪੈ ਸਾਥ ਨਾ ਚਾਲੇ ਹੋਰ। ਸੰਪੇ ਕੋ ਈਸ਼ਰ ਧਿਆਈਏ, ਸੰਪੇ ਪੁਰਬ ਲਿਖੇ ਕੀ ਪਾਈਏ। ਰਾਗ ਰਾਮਕਲੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਬਦ ਨੇ। ਮਨੁੱਖ ਦਿਨ ਪਰ ਰਾਤ ਇੱਕ ਕਰ ਦਿੰਦਾ ਹੈ ਧਨ ਪਦਾਰਥ ਪ੍ਰਾਪਤ ਕਰਨ ਵਾਸਤੇ, ਤੇ ਇਹ ਵੀ ਨਹੀਂ ਵੇਖਦਾ ਕਿ ਚੋਰੀ ਰਾਹੀਂ ਪ੍ਰਾਪਤ ਹੋਵੇ ਜਾਂ ਡਾਕਾਂ ਮਾਰਾਂ ਜਾਂ ਲੁੱਟ ਖੋਹ ਕਰਾਂ, ਕੁਝ ਵੀ ਕਰਾਂ, ਤੇ ਲਿਆਉਣਾ ਕਿੰਨਾ ਵਾਸਤੇ? ਬਾਹੋ ਪਰਪੰਚ ਕਰ ਭਰ ਤਨ ਲਿਆਵੇ, ਸੁੱਤ ਦਾਰਾ ਪੇ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪੈ ਲੀਜੇ। ਘਰ ਬਾਰ ਵਾਸਤੇ ਤਿਆਰ ਹੋ ਜਾਂਦਾ ਹੈ, ਡਾਕਾ ਮਾਰਨ ਵਾਸਤੇ, ਚੋਰੀ ਕਰਨ ਵਾਸਤੇ ਓਲਾ ਰੱਖਦਾ ਹੈ, ਦੁਕਾਨਦਾਰ ਕਰਦਾ, ਦੁਕਾਨਦਾਰੀ ਕਰਦਾ ਹੋਇਆ ਵੀ 100 ਓਲੇ ਕਰ ਜਾਂਦਾ। ਤੇ ਗੁਰੂ ਨਾਨਕ ਕਹਿੰਦੇ ਨੇ, ਕਹਿੰਦੇ ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਏ। ਇੱਦਾਂ ਕਿੱਥੇ ਸਾਡੀ ਫਿਤਰਤ ਬਣ ਸਕਦੀ?
ਕੋਈ ਲੋੜ ਨਹੀਂ ਸੀ ਜੇਲਾਂ ਬਣਾਉਣ ਦੀ, ਕੋਈ ਲੋੜ ਨਹੀਂ ਸੀ ਪੁਲਿਸ ਪੈਦਾ ਕਰਨ ਦੀ। ਜੇ ਗੁਰੂ ਨਾਨਕ ਦਾ ਉਪਦੇਸ਼ ਸੁਣਿਆ ਤੇ ਮੰਨਿਆ ਹੁੰਦਾ। ਨਾ ਸੁਣਨ ਕਰਕੇ, ਨਾ ਮੰਨਣ ਕਰਕੇ ਇਹ ਸਾਰਾ ਖਿਲਾਰਾ ਖਿਲਰਿਆ ਹੋਇਆ ਹੈ। ਔਰ ਸਭ ਤੋਂ ਵੱਧ ਗਲਤਾਨ ਨੇ, ਨਾ ਮੁਨਕਰ ਨੇ, ਨਾ ਸ਼ੁਕਰੇ ਨੇ ਭਾਰਤ ਦੇ ਲੋਕ, ਭਾਰਤੀ ਸੰਸਕ੍ਰਿਤੀ ਦੇ ਲੋਕ। ਕਿਉਂ? ਅਵਤਾਰਾਂ ਨੂੰ ਇੱਥੇ ਆ ਕੇ ਇਹਨਾਂ ਨੂੰ ਸਮਝਾਉਣਾ ਪਿਆ, ਵਾਰ-ਵਾਰ ਇਹਨਾਂ ਨੂੰ ਟਾਟ ਕਰਨਾ ਪਿਆ, ਪੜ੍ਹਾਉਣਾ ਪਿਆ, ਇਹਨਾਂ ਨੂੰ ਦੱਸਣਾ ਪਿਆ। ਪਰ ਅੱਜ ਵੀ ਅਸੀਂ ਸੁਣਨ ਨੂੰ ਤਿਆਰ ਨਹੀਂ, ਅੱਜ ਵੀ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੂੰ ਕੀ ਸਮਝਾਈਏ ਜਿਹੜੇ ਸੰਸਾਰ ਨੂੰ ਸਮਝਾਉਣ ਆਏ ਹੋਣ। ਰਾਏ ਬਲਾਰ ਅੰਦਰ ਹੀ ਅੰਦ ਕਹਿੰਦਾ, ਭਾਈ ਇਹ ਜਿਹੜੇ ਮੈਂ ਵਾਕ ਕਹਿ ਰਿਹਾ, ਮੇਰਾ ਫਰਜ਼ ਤਾਂ ਨਹੀਂ ਬਣਦਾ, ਮੇਰਾ ਮੌਲਿਕ ਅਧਿਕਾਰ ਨਹੀਂ ਕਿ ਮੈਂ ਗੁਰੂ ਨਾਨਕ ਨੂੰ ਕੁਝ ਕਹਾਂ ਕਿ ਤੁਸੀਂ ਉਦਾਸੀ ਕਿਉਂ ਹੋ ਗਏ, ਤੁਸੀਂ ਨਿਰਾਸ਼ ਕਿਉਂ ਹੋ ਗਏ। ਗੁਰੂ ਨਾਨਕ ਦਾ ਅੰਦਰ ਪਤਾ ਕਿੰਨਾ ਪੀੜਾ ਨਾਲ ਭਰਿਆ ਹੁੰਦਾ ਸੀ। ਕਰਕ ਕਲੇਜੇ ਮਾਹੇ ਲਿਖਿਆ ਸਤਿਗੁਰਾਂ ਨੇ, ਕਹਿੰਦੇ ਇੱਕ ਪੀੜ ਇਸ ਤਰ੍ਹਾਂ ਦਾ ਸੂਲ ਅੰਦਰ ਉੱਠਦਾ। ਕਦੋਂ? ਜਦੋਂ ਇਹ ਲੋਕਾਂ ਦੀ ਹਾਲਤ ਵੇਖਦਾ ਮੈਂ। ਗੁਰੂ ਨਾਨਕ ਜਦੋਂ ਸਾਡਾ ਦਰਦ ਵੇਖਦੇ ਨਾ, ਵੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਵੇਂ ਜੀਵਨ ਜਿਉਣਾ ਹੈ। ਗੁਰਬਾਣੀ ਸਾਨੂੰ ਕੀ ਕਰਦੀ ਹੈ? ਜੀਵਨ ਜਾਚ ਦੱਸਦੀ ਸਾਨੂੰ, ਪਰ ਅਸੀਂ ਨਹੀਂ ਸਮਝੇ ਅੱਜ ਤੱਕ। ਅਸੀਂ ਕਿਹਾ ਠੀਕ ਹੈ, ਪਾਠ ਕਰਾ ਲਓ, ਮੁੱਲ ਦਾ ਕਰਾ ਲਓ, ਆਪ ਕਰ ਲਓ, ਪਰ ਕੀ ਹੈ ਉਹਦੀ ਜਿਹੜੀ ਸਿੱਖਿਆ ਹੈ ਉਹਦੇ ਨਾਲ ਸਾਡਾ ਸੰਬੰਧ ਇੱਕ ਸੈਕਿੰਡ ਵੀ ਨਹੀਂ ਬਣਦਾ, ਇੱਕ ਛਣ ਮਾਤਰ ਵੀ ਨਹੀਂ ਬਣਦਾ ਕਿ ਜੋ ਗੁਰੂ ਨਾਨਕ ਨੇ ਕਿਹਾ ਹੋਵੇ ਅਸੀਂ ਇੱਕ ਪੈਰ ਵੀ ਉੱਤੇ ਚੱਲੇ ਹੋਈਏ। ਚੱਲਣ ਨੂੰ ਤਿਆਰ ਨਹੀਂ, ਮਾਰਗ ਤੇ ਪੈਰ ਨਹੀਂ ਧਰਿਆ ਤੇ ਪ੍ਰੀਤਮ ਦੇ ਦੇਸ਼ ਦੀਆਂ ਬਾਤਾਂ ਕਿਵੇਂ ਕਰਾਂਗੇ। ਇਸ ਕਰਕੇ ਗੁਰੂ ਨਾਨਕ ਅੰਦਰੋਂ ਪੀੜ ਦੇ ਨਾਲ ਪੁਰਨੇ ਹੋਏ ਨੇ, ਨਿਰਾਸ਼ ਨੇ, ਨਿਰਾਸ਼ਾ ਦੇ ਨਾਲ ਭਰੇ ਹੋਏ ਨੇ। ਗੁਰੂ ਨਾਨਕ ਨਿਰਾਸ਼ ਹੋਣ ਕਰਕੇ ਚੱਲੇ ਨੇ ਕਿ ਇਹਨਾਂ ਨੂੰ ਸਮਝਾਈਏ, ਇਹਨਾਂ ਦੇ ਕੁਝ ਪੱਲੇ ਪੈ ਜਾਵੇ, ਇਹਨਾਂ ਨੂੰ ਮਨੁੱਖਾ ਜਨਮ ਮਿਲਿਆ ਹੈ, ਇਹਦਾ ਕੁਝ ਲਾਹਾ ਲੈ ਲੈਣ। ਇਸ ਕਰਕੇ ਗੁਰੂ ਨਾਨਕ ਚੱਲੇ ਨੇ ਵਿਦੇਸ਼ ਯਾਤਰਾ ਤੇ ਉਦਾਸੀਆਂ ਦੇ ਉੱਪਰ, ਔਰ ਆਏ ਸਮਝਾ ਰਿਹਾ ਹੈ, ਪਰ ਕਹਿੰਦਾ ਮੇਰਾ ਸਮਝਾਉਣਾ ਵੀ ਕੁਝ ਮੈਣਾ ਨਹੀਂ ਰੱਖਦਾ ਜੀ। ਬੇਦੀ ਕੁਲ ਖੇਤ ਰਾਏ ਰਾਏ ਕੇ ਨ ਖੇਤ ਨੈਸ, ਹੋਰ ਜਬ ਭਈ ਜਬ ਕੈਸੇ ਉਦਿਆ ਨਹੀਂ। ਕਹਿੰਦੇ ਜਿਹੜਾ ਉਸ ਦਿਨ ਦੀ ਉਦਾਸੀਆਂ ਤੋਂ ਚੱਲਣ ਤੋਂ ਪਹਿਲਾਂ ਦਾ ਸਮਾਂ ਹੈ, ਉਹ ਗੁਰੂ ਨਾਨਕ ਨੇ ਕਿੱਥੇ ਬਿਤਾਇਆ? ਉਹ ਰਾਤ ਗੁਰੂ ਨਾਨਕ ਨੇ ਕਿੱਥੇ ਕੱਟੀ ਹੈ? ਬਹੁਤ ਉਦਾਸੀ ਦੀ ਰਾਤ ਗੁਰੂ ਨਾਨਕ ਨੇ ਘਰ ਤੋਂ ਬਾਹਰ ਜੰਗਲਾਂ ਦੇ ਵਿੱਚ ਹੀ ਗੁਜ਼ਾਰੀ। ਆਖੋ ਸਤਿਨਾਮ। ਜਾਂ ਇੰਝ ਕਹਿ ਲਵੋ, ਉਹ ਪਹਿਲੀ ਰਾਤ ਸੀ, ਪਤਾ ਸੀ ਕਿ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ, ਜਿਹੜਾ 82,000 ਮਾਈਲ ਚੱਲਣਾ ਹੈ ਨਾ ਗੁਰੂ ਨਾਨਕ ਨੇ, ਉਹ ਸਾਡੇ ਵਰਗੇ ਅੱਜ ਵਰਗੇ ਘਰ ਨਹੀਂ, ਅੱਜ ਵਰਗੀਆਂ ਸਾਡੇ ਕੋਲ ਕਾਰਾਂ ਕੋਠੀਆਂ ਨਹੀਂ। ਅੱਜ ਦੇ ਕਥਾਵਾਚਕ ਵਾਸਤੇ, ਵਿਦਵਾਨ ਵਾਸਤੇ ਪ੍ਰਚਾਰ ਕਰਨਾ ਬੜਾ ਸੌਖਾ ਹੈ। ਜਿਨ੍ਹਾਂ ਹਾਲਾਤਾਂ ਦੇ ਵਿੱਚ ਗੁਰੂ ਨਾਨਕ ਚੱਲ ਕੇ ਗਏ ਨੇ, ਸਫ਼ਰ ਕੀਤਾ ਹੈ ਇੰਨਾ ਲੰਬਾ, ਔਰ ਉਹਨਾਂ ਦੇ ਨਾਲ ਮਗਜਮਾਰੀ ਕਰਨੀ। ਆਖੋ ਸਤਿਨਾਮ। ਉਹਨੂੰ ਹੀ ਸਿਰ ਝੁਕਦਾ ਹੈ ਗੁਰਮੁਖ ਪਿਆਰਿਓ। ਗੁਰੂ ਨਾਨਕ ਨੇ ਉਹ ਜਿਹੜੀ ਰਾਤ ਪਹਿਲੀ ਘਰ ਤੋਂ ਬਾਹਰ ਗੁਜ਼ਾਰੀ ਹੈ, ਕਹਿੰਦੇ ਇਹ ਤਾਂ ਸ਼ੁਰੂਆਤ ਹੋ ਗਈ। ਪਤਾ ਲੱਗ ਜਾਵੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨੇ ਕਿ 3 ਟਾਈਮ ਪ੍ਰਸ਼ਾਦਾ ਮਿਲੇਗਾ। ਗੁਰੂ ਨਾਨਕ ਚੱਲਦੇ ਨੇ 3-3 ਦਿਨ, 4-4 ਦਿਨ, 5-5 ਦਿਨ ਭੁੱਖੇ ਰਹਿੰਦੇ ਨੇ, ਤੇ ਮਰਦਾਨਾ ਵਿਆਕੁਲ ਹੋ ਉੱਠਦਾ। ਇੱਕ ਦਿਨ ਚੱਲਦਾ, 2 ਦਿਨ ਚੱਲਦਾ, ਤੀਜੇ ਦਿਨ ਹੱਥ ਖੜੇ ਕਰ ਦਿੰਦਾ, ਬੜਾ ਤਰਲਾ ਜਿਹਾ ਲੈਂਦਾ, ਕਹਿੰਦਾ ਬਾਬਾ ਜਾਂ ਤਾਂ ਮੈਨੂੰ ਹੀ ਆਪਣੇ ਵਰਗਾ ਕਰ ਲਾ। ਤੇ ਫਿਰ ਕਹਿੰਦੇ ਗੁਰੂ ਨਾਨਕ ਕਹਿੰਦੇ ਤੇਰੇ ਨਾਲ ਤਾਂ ਕਈਆਂ ਦਾ ਉਧਾਰ ਕਰਨਾ। ਆਖੋ ਸਤਿਨਾਮ। ਜਿਹੜੀ ਭੁੱਖ ਤੈਨੂੰ ਲੱਗੀ ਨਾ, ਇਹਨਾਂ ਨੂੰ ਲੱਗ ਜਾਵੇ। ਕਿਹੜੀ? ਸਾਚੇ ਨਾਮ ਕੀ ਪੁੱਤ ਭੁੱਖੇ ਖਾਏ, ਸੋ ਕਿਉਂ ਵਿਸਰੈ ਸਾਚਾ ਸਾਹਿਬ। ਉਹ ਸੱਚਾ ਨਾਮ ਨਹੀਂ ਵਿਸਰਨਾ ਚਾਹੀਦਾ, ਪਰ ਅਸੀਂ ਵਿਸਾਰ ਦਿੱਤਾ। ਉਸ ਨਾਮ ਨੂੰ ਵਿਸਾਰ ਕੇ ਹੋਰ ਦੇ ਹੋਰ ਪਦਾਰਥ ਮੰਗੀ ਜਾ ਰਹੇ ਹਾਂ ਦਿਨ ਪਰ ਰਾਤ, ਪਰ ਉਹ ਨਾਮ ਨਹੀਂ ਮੰਗਦੇ। ਗੁਰੂ ਨਾਨਕ ਸਮਝਾ ਰਹੇ ਨੇ ਉਸ ਰਾਤ ਕਿਹਨੂੰ? ਬਾਲੇ ਨੂੰ ਤੇ ਮਰਦਾਨੇ ਨੂੰ। ਕਹਿੰਦੇ ਇਹ ਚੀਜ਼ ਨਹੀਂ ਵਿਸਰਨੀ ਚਾਹੀਦੀ। ਫਿਰ ਕੋਈ ਤੰਗੀ ਨਹੀਂ, ਕੋਈ ਔਕੜ ਨਹੀਂ, ਕੋਈ ਪੀੜ ਨਹੀਂ, ਕੋਈ ਦਰਦ ਨਹੀਂ, ਕੋਈ ਝੋਰਾ ਨਹੀਂ,
क्योंकि संसार तो उपरामता हो गई, निराशता हो गई। क्यों हुई निराशता? क्योंकि ये संसार दुखों का घर है, पर असीं इहनूं सुखां दा जतन बनाउण करन लग पैंदे हां। बहुत सारा साडा जतन इत्थे व्यर्थ हो जाता है कि असीं संसार नूं सुखां दी खाण बनाउणा चाहुंदे हां, पर नहीं। गुरु नानक दे बचन टल ने, नानक दुखिया क्यों क्या दुख? क्योंकि ये कोल नाम नहीं। ये गल हिडन है, छुपी हुई है। बहुत सारिया वजाहरतां इस तरह दी ने गुरबाणी दे विच, वो कहण दी लोड़ नहीं, अंडरस्टूड हुंदियां ने। और जिदन ये चेतनता जागदी है मनुख के अंदर, फिर वो अपने आप अंदरों पैदा करता है। वो सत्संगत दे विच आके जपना, बैठना, सुनना, पढ़ना, व्याख्यान करना, ये गुरु की कृपा है। जिदन कृपा दृष्टि होंगी उदा ही पता लगता है, पहले नहीं लगता। सो इस करके बेदी कुल खेत रहे राय के नकेत निस, भोर जब पई जाए बैसी उद्यान ही। प्रेम दे नाल बेदी कुल दे, हुण बेदी कुल का जिक्र आया तो सतगुरु जी ने वेखो बेदी कुल दे विच जन्म लिया। बेदी कौन होंदे सी भाई? वेदां दा पाठ करन वाले। आपो सतनाम। ते अज साडे पाठियां दी हालत देख लो, धरने लगते पे, रोस मजादा करते पे, किरत दे बधे हुए, पाठ तो पढ़ते ने पर विचार कोई नहीं, क्योंकि किरत बना ली। गुरु नानक की फिलासफी नहीं सी। वो कहते किरत विरत कर धर्म दी, हथों दे के भला मनाए। ये तो ज्ञान सी पढ़न वास्ते, पढ़ के जेड़े कर्म ने उन्हां दा नाश करन वास्ते। मन समझावन कारने कछुक पढ़िए ज्ञान। पढ़ना गुड़ना संसार की कार है, काम है। और जे नूं काम बना लिया, 10 की किरत ने की तो फिर औखे होवोगे। हालात कित्थे किन्ने निगर गए। बंद कमरे च पाठ कोई सुनने वाला नहीं, किनू सुनाइए? औखा हो गया ना काम। इसे करके एक पीढ़ी ने, एक श्रेणी इहो जी पैदा हो गई। पहला तो उन्हें भी लड़ियां बहुत चलाइयां, फिर बाद में विरोध खड़ा कर दिता। नहीं, पहला ही इस गल नूं समझ गए कि बाणी का मंतव की है, बाणी पढ़नी किस करके है। एक विद्वान दे बोल ने, वो कहते जिहड़े भारत दे लोग ने ना, ये बिन लाड़े की बरात चढ़ाउंदे ने। आखो सतनाम। हुण बिन लाड़े की बरात किहड़ी हुंदी भाई भला? जिहड़ा साडा कर्म धर्म है ना, ये बिन लाड़े की बरात है। क्योंकि जिस काम वास्ते गुरु ने सानू उपदेश दिता, उस काम में गुरु तो शामिल हुंदा ही नहीं। उत्तों उत्तों वेखण नूं बड़ा वधिया लगदा हो कि असीं बहुत वधिया काम कर रहे हैं। खंड पाठ कराया, पाठी सदे, पाठियां नूं चंगा भोजन छकाया, ते चंगा दरबार साहब का कीर्तनिया भी लिआंदा। पर अंदर सी वो हौमे भी दिखाउणा लोकां नूं नहीं। इस करके नहीं, इत्थे रौंग हो जाता काम। गुरु नानक कहते इंज नहीं गल बनती। जिहड़ा परमेश्वर का नाम लैना है, बाणी पढ़नी है, ਉਹਦਾ ਮੰਤਵ ਸੀ ਵੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਗੁਰੂ ਸਾਡੇ ਘਰ ਦੇ ਉੱਤੇ ਕਿਰਪਾ ਕਰ, ਸਾਡੇ ਅੰਦਰ ਹਉਮੈ ਦੀ ਕੰਧ ਜਿਹੜੀ ਖੜੀ ਹੋਈ ਉਹ ਟੁੱਟ ਜਾਵੇ। ਪਰ ਇੱਥੇ ਤੇ ਬਾਣੀ ਦੇ ਨਾਲ ਹਉਮੈ ਹੋਰ ਚੜ੍ਹ ਗਈ। ਬੜਾ ਵਧੀਆ ਜੀ, ਬੜਾ ਵਧੀਆ ਜੀ, ਲੋਕੀ ਵਾਹ ਵਾਹ ਕਰਨ। ਉਹ ਉੱਥੇ ਤੇ ਹਉਮੈ ਹੋਰ ਵੱਧ ਗਈ, ਦੂਣੀ ਚੌਣੀ ਹੋ ਗਈ। ਇਸ ਕਰਕੇ ਕਹਿੰਦੇ ਗੁਰੂ ਨਾਨਕ ਕਹਿੰਦੇ ਕੰਮ ਰੌਂਗ ਹੋ ਜਾਂਦਾ। ਉੱਥੇ ਵੀ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਉਹ ਲਾੜੇ ਤੋਂ, ਬਿਨਾਂ ਲਾੜੇ ਤੋਂ ਬਰਾਤ ਹੋ ਜਾਂਦੀ। ਕਿਸੇ ਦੇ ਪ੍ਰਥਾਏ ਉਹ ਕੰਮ ਕੀਤਾ ਹੁੰਦਾ, ਗੁਰੂ ਨੂੰ ਤਾਂ ਹਾਜ਼ਰ ਨਾਜ਼ਰ ਮੰਨਿਆ ਹੀ ਨਹੀਂ, ਗੁਰੂ ਨੂੰ ਤਾਂ ਸਾਖੀ ਰੱਖਿਆ ਹੀ ਨਹੀਂ ਵਿੱਚ। ਇਸ ਕਰਕੇ ਉਹ ਸਾਰਾ ਕੰਮ ਰੌਂਗ ਹੋ ਜਾਂਦਾ। ਇਸੇ ਤਰ੍ਹਾਂ ਬੇਦੀ ਕੁਲ ਖੇਤ ਰਹੇ ਰਾਏ ਕੇ ਨਕੇਤ ਨਿਸ। ਜਿਹੜੇ ਬੇਦੀ ਕੁਲ ਦੇ ਵਿੱਚ ਗੁਰੂ ਨਾਨਕ ਪੜ੍ਹੇ ਵੇਦ ਪਾਠੀ, वेदां दा पाठ करने वाले, श्रुतियां दे विच असीं तो पाठ करते ना गुरु की गोद में बैठ के, तो अखां खुल के सानू अखर अखर पढ़ना पैंदा। पर जिहड़े बेदी सी ना भाई, 4 वेद ने, प्रेम दे नाल पाठ करना, श्रुतियां दे विच भाव याद करके, कंठ करके। हुण तुसीं जिक्र सुनिया होवेगा रावण का भाव, 4 वेदां दा पाठी सी, तो ग्रंथ खोल के मोड़े नहीं सी रखदा भाई। समाधि लीन हो जाता सी, शुरू कर दिंदा सी ते पढ़दा सी। जिथों शुरू कर लिया अखां मीट के पढ़ना। तो साडे अंदर असीं
ਉਹ ਜਿਹੜੇ ਵੇਦ ਨੇ ਅੱਖਾਂ ਖੋਲ੍ਹ ਕੇ ਵੀ ਨਹੀਂ ਪੜ੍ਹ ਸਕਦੇ। ਆਖੋ ਸਤਿਨਾਮ। ਸੋ ਇਸ ਕਰਕੇ ਸ਼ੁਰਤੀਆਂ ਦੇ ਵਿੱਚ ਪਹਿਲੇ ਪਹਿਲ ਲਿਖੇ ਨਹੀਂ ਸੀ ਗਏ ਵੇਦ। ਜਿਵੇਂ ਕੋਈ ਸੁਣਦਾ ਸੀ, ਸੁਣਨ ਦੀ ਭਗਤੀ ਇੰਨੀ ਸੀ ਕਿ ਇੰਨੇ ਪ੍ਰੇਮ ਨਾਲ ਸੁਣਨਾ ਕਿ ਉਹ ਚੇਤੇ ਹੋ ਜਾਵੇ। ਅਤੇ ਸਾਨੂੰ ਤਾਂ ਜਪਜੀ ਨਹੀਂ ਜਾਪ ਜੇ ਚੇਤੇ ਹੋਈ। 5 ਬਾਣੀਆਂ ਦਾ ਨਿਤਨੇਮ ਕੰਠ ਨਹੀਂ ਹੋਇਆ, ਅੱਜ ਵੀ ਕੁੱਟ ਕੇ ਲੱਭਦੇ ਰਹਿੰਦੇ ਅਸੀਂ। ਭਾਵ ਕਿੰਨਾ ਪ੍ਰੇਮ ਹੈ ਗੁਰੂ ਦੇ ਨਾਲ। ਉਸ ਕੁਲ ਦੇ ਵਿੱਚ ਪੈਦਾ ਹੋਏ ਗੁਰੂ ਨਾਨਕ। ਬੇਦੀ ਕੁਲ ਖੇਤ ਰਹੇ ਰਾਏ ਕੇ ਨਕੇਤ ਨਿਸ, ਭੋਰ ਜਗ ਪਈ ਜਾਏ ਬੈਸੇ ਉਦਿਆਨ ਮੈਂ। ਉਹ ਰਾਤ ਕੱਟੀ ਤੇ ਅਗਲੇ ਦਿਨ ਫਿਰ ਜੰਗਲ ਦਾ ਰਸਤਾ ਅਖਤਿਆਰ ਕਰ ਲਿਆ ਹੈ ਜੀ। ਬਸਰ ਗੁਜ਼ਾਰ ਕਰ ਆਪਣੇ ਅਧਾਰ ਆਏ, ਮੁਕੇ ਉਧਾਰ ਕਰ ਤਾਰ ਗੁਣ ਖਾਨਹੀ। ਹੁਣ ਗੁਣਾਂ ਦੀ ਖਾਣ ਨੇ, ਇੰਨੇ ਗੁਣ ਨੇ ਗਿਣੇ ਨਹੀਂ ਜਾ ਸਕਦੇ। ਜਿੰਨੇ ਤਾਰੇ ਨੇ ਗੁਰੂ ਨਾਨਕ ਨੇ, ਨਾ ਉਹਨਾਂ ਦੀ ਗਿਣਤੀ ਤੇ ਨਾ ਹੀ ਗੁਣਾਂ ਦੀ ਗਿਣਤੀ। ਮੇਰਾ ਸਾਹਿਬ ਗੁਣੀ ਗਹੀਦਾ, ਬਾਸੁਰ ਗੁਜ਼ਾਰ ਕਰ ਆਪਣੇ ਅਗਾਰ ਆਏ, ਮੋਖ ਕੇ ਉਧਾਰ ਕਰ ਤਾਰ ਗੁਣ ਖਾ ਨਹੀਂ। ਮੋਖ ਮੁਕਤੀ ਕਿਸ ਦਿਨ ਮਿਲਦੀ ਹੈ ਭਾਈ? ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਮੁਕਤੀ ਜੁਗਤੀ ਦੁਆਰਾ ਹੈ, ਤੇ ਜੁਗਤੀ ਕਿੱਥੋਂ ਮਿਲਦੀ ਭਾਈ? ਗੁਰੂ ਦੇ ਕੋਲੋਂ। ਟੈਕਨੀਕ ਗੁਰ, ਗੁਰੂ ਦੇ ਕੋਲ ਇੰਨੀਆਂ ਤਕਨੀਕਾਂ ਨੇ। ਇੱਕ ਸ਼ਬਦ ਦੇ ਵਿੱਚ ਆਪਾਂ ਪੜ੍ਹਦੇ, ਤੁਮ ਅਨਕ ਵਿਧੀ ਸਮਝਾਵੋ। ਗੁਰੂ ਕੀ ਹੋਇਆ ਭਾਈ? ਜਿਹਦੇ ਕੋਲ ਤਕਨੀਕਾਂ ਦਾ ਹੀ ਘਾਟਾ ਹੋਇਆ। ਗੁਰੂ ਦੇ ਕੋਲ ਕੋਈ ਵੀ ਵਸਤ ਹੈ ਉਹਦੇ ਵਿੱਚ ਘਾਟਾ ਨਹੀਂ ਹੈ। ਗੁਰੂ ਜਿਹੜੀ ਵੀ ਚੀਜ਼ ਵਰਤਾਉਣ ਲੱਗ ਪਈ ਉਹਦੇ ਵਿੱਚ ਵਾਧਾ ਹੀ ਵਾਧਾ। ਸੋ ਇਸ ਕਰਕੇ ਗੁਰੂ ਗੁਰਾਂ ਦੀ ਖਾਣ ਹੈ। ਗੁਰੂ ਨਾਨਕ ਕਿਰਪਾ ਕਰ ਰਹੇ ਨੇ ਔਰ ਕੀ ਕਹਿ ਰਹੇ ਨੇ? ਬਾਸਰ ਗੁਜ਼ਾਰ ਕਰ ਆਪਣੇ ਅਗਾਰ ਆਏ, ਮੂਕ ਕੇ ਉਧਾਰ। ਮੁਕਤੀ ਦੇਣੀ ਹੋਵੇ ਨਾ ਗੁਰੂ ਨਾਨਕ ਵਾਸਤੇ ਚੁਟਕੀ ਦਾ ਕੰਮ ਹੈ। ਮੋਕ ਪਦਵੀ ਤੇ ਮਿਲਦੀ ਕਿੱਦਾਂ ਹੈ ਭਾਈ? ਜਿਉਂਦਿਆਂ ਜੀ ਮਿਲਦੀ ਜੇ, ਮੋਇਆਂ ਤੋਂ ਬਾਅਦ ਨਹੀਂ। ਆਖੋ ਸਤਿਨਾਮ। ਜਿਹੜਾ ਚੌਥੇ ਪਦ ਦਾ ਅਧਿਕਾਰੀ ਹੋ ਗਿਆ ਸਮਝੋ ਮੋਖ ਹੈ। ਤਿੰਨਾਂ ਗੁਣਾਂ ਦੇ ਵਿੱਚ ਨਹੀਂ। ਅਵਤਾਰ ਨਾ ਜਾਣੇ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਅਵਤਾਰਾਂ ਦੇ ਕੋਲ ਵੀ ਮੁਕਤੀ ਨਹੀਂ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿਸ਼ਨ ਬਿਸ਼ਨ ਕਬਹੁ ਨਾ ਧਿਆਓ। ਹਾਂ, ਗੁਰਬਾਣੀ ਵਿੱਚ ਉਹਨਾਂ ਦੀ ਗੱਲ ਕੀਤੀ ਹੈ ਅਵਤਾਰਾਂ ਦੀ, ਪਰ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਇਹ ਚੌਥੇ ਪਦ ਦੇ ਅਧਿਕਾਰੀ ਨੇ। ਨਹੀਂ, ਕਿਉਂਕਿ ਨਾ ਉਹਨਾਂ ਨੇ ਆਪਣਾ ਹੀ ਜਪਾਉਣਾ ਸ਼ੁਰੂ ਕਰ ਦਿੱਤਾ। ਕੋ ਸਤਿਨਾਮ। ਇਹ ਤਾਂ ਗੁਰੂ ਨਾਨਕ ਨੇ ਕਿਰਪਾ ਕੀਤੀ, ਪਰਮੇਸ਼ਰ ਦੇ ਨਾਮ ਨੂੰ ਉਜਾਗਰ ਕੀਤਾ। ਆਪਣਾ ਨਾਮ ਨਹੀਂ ਜਪਾਇਆ ਕਿਤੇ ਵੀ। ਹੁਣ ਜੇ ਨਾਮ ਦੀ ਗੱਲ ਕਰੀਏ ਫਿਰ ਗੱਲ ਉੱਥੇ ਮੁਕਾਉਣੀ ਆਪਾਂ। ਗੁਰੂ ਨਾਨਕ ਦੇ ਘਰ ਵਿੱਚ ਕੇਵਲ ਤੇ ਕੇਵਲ ਨਾਮ ਹੈ। ਨਾਨਕ ਕੇ ਘਰ ਕੇਵਲ ਨਾਮ, ਕੇਵਲ ਨਾਮ ਹੈ। ਕੇਵਲ ਤੇ ਕੇਵਲ ਇੱਕੋ ਹੀ, ਬਸ। ਹੋਰ ਦੂਜੀ ਚੀਜ਼ ਕੋਈ ਨਹੀਂ। ਅਸੀਂ ਦੂਜੀਆਂ ਚੀਜ਼ਾਂ ਮੰਗਦੇ ਰਹਿੰਦੇ ਭਾਈ। ਉਹ ਤੇ ਪ੍ਰਲਬਧ ਹੈ, ਜੋ ਸਾਡੀ ਪ੍ਰਲਬਧ ਵਿੱਚ ਲਿਖਿਆ ਨਾ ਭਾਈ, ਉਹ ਤਾਂ ਮਿਲਣਾ ਹੀ ਮਿਲਣਾ। ਐਵੇਂ ਅੱਡੀਆਂ ਚੱਕ ਕੇ ਜ਼ੋਰ ਲਾਓ ਨਾ। ਗੁਰੂ ਨਾਨਕ ਕਹਿੰਦੇ ਇੱਦਾਂ ਨਾ ਕਰੋ, ਜਿੱਦ ਨਾ ਕਰੋ, ਬੇਜਿੱਦ ਨਾ ਹੋਵੋ। ਜਿਹੜਾ ਕੰਮ ਕਰਨ ਨੂੰ ਕਿਹਾ ਉਹ ਕਰੋ, ਉਹ ਮਿਲ ਜਾਵੇਗਾ। ਲਗਜ਼ਰੀ ਲਾਈਫ ਨਹੀਂ ਜੀਣ ਦਾ ਕਿਤੇ ਵੀ ਗੁਰੂ ਨਾਨਕ ਨੇ ਕਿਹਾ। ਜੇ ਲਗਜ਼ਰੀ ਲਾਈਫ ਜੀਣੀ ਹੁੰਦੀ ਤਾਂ ਫਿਰ ਲਾਲੋ ਦੇ ਘਰ ਕੱਲ੍ਹ ਹੀ ਜਾਂਦੇ। ਆਖੋ ਸਤਿਨਾਮ। ਫਿਰ ਉਹ ਵੀ ਸਾਡੇ ਵਾਂਗੂ ਮਲਕ ਭਾਗੋ ਦੇ ਜਾਂਦੇ, ਪ੍ਰਧਾਨਾਂ ਦੇ ਘਰ ਹੀ ਜਾਂਦੇ, ਉੱਚਿਆਂ ਦੇ ਘਰ ਹੀ ਜਾਂਦੇ। ਨੀਵੇਂ ਵਾਲੇ ਜਾਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਸਿੰਪਲੀ ਲਾਈਫ ਜਿਹੜੀ ਹੈ ਉਹਦੇ ਨਾਲ ਦੀ ਰੀਸ ਨਹੀਂ। ਸੋ ਇਸ ਕਰਕੇ ਸਤਿਗੁਰਾਂ ਨੇ ਜਿਹੜਾ ਵੀ ਸਾਨੂੰ ਜੀਵਨ ਦਾ ਫਲਸਫਾ ਦਿੱਤਾ ਉਹਦੇ ਵਿੱਚ ਸਾਦਗੀ ਦਿੱਤੀ। ਔਰ ਇੰਨਾ ਵੀ ਕਹਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗਰੀਬੀ ਗਦਾ ਹਮਾਰੀ। ਕਹਿੰਦੇ ਤਾਂ ਸਾਡਾ ਗੁਰਜ ਹੈ ਗਰੀਬੀ। ਗੁਰਮੁਖ ਹਿਰਦੈ ਗਰੀਬੀ ਆਵੇ। ਜਿੰਨਾ ਚਿਰ ਗੁਰਮੁਖ ਦੇ ਕੋਲ ਗਰੀਬੀ ਨਹੀਂ, ਉਹਨੂੰ ਗੁਰਮੁਖ ਨਹੀਂ ਬਣ ਸਕਦਾ। ਨਿਵਾਣਾ ਨਿਤਾਣਾ ਹੋ ਕੇ ਚੱਲਣਾ, ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਨਾਨਕ ਦੀ ਨਜ਼ਰ ਕਿੱਦਣ ਹੁੰਦੀ ਹੈ? ਜਿੱਦਣ ਨਿਮਾਣੇ ਹੋ ਕੇ ਚੱਲੋਗੇ। ਪ੍ਰੇਮਾ ਭਗਤੀ ਦੀ ਪ੍ਰਦਾਇ ਕੋਈ ਮਹਾਂਪੁਰਖ ਸੀ, ਬਿਲਕੁਲ ਆਰਾਮ ਦੇ ਨਾਲ ਸਹਿਜ ਵਿੱਚ ਟਿਕੇ ਰਹਿਣਾ। ਭਾਈ ਲੱਖਾ ਸਿੰਘ ਉਹਨਾਂ ਦਾ ਕੋਈ ਸੇਵਕ ਸੀ।
ਪ੍ਰੇਮ ਦੇ ਨਾਲ ਜਲ ਪਾਣੀ ਲੈ ਕੇ ਜਾਣਾ। ਉੱਠੇ ਇੱਕ ਦਿਨ ਕਹਿੰਦੇ ਜੀ ਕੀਤਾ ਵੀ ਚਲੋ ਮਹਾਂਪੁਰਖਾਂ ਲਈ ਦੁੱਧ ਲੈ ਚੱਲਦੇ ਹਾਂ। ਲੈ ਕੇ ਗਿਆ, ਕਹਿੰਦਾ ਚਲੋ ਥੋੜ੍ਹਾ ਜਿਹਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਕਾਹਲੀ ਦੇ ਵਿੱਚ ਕਹਿੰਦੇ ਰਸਤੇ ਰਸਤੇ ਕੀ ਜਾਣਾ, ਪਗਡੰਡੀਏ ਹੋ ਚੱਲਦੇ ਆ, ਛੇਤੀ ਪਹੁੰਚ ਚੱਲੀਏ ਜਰਾ। ਪਰ ਫਿਰ ਵੀ ਥੋੜ੍ਹਾ ਜਿਹਾ ਰਸਤਾ ਚੱਲਣਾ ਪਿਆ। ਪਹੁੰਚ ਗਏ, ਕਿਹਾ ਬਾਬਾ ਜੀ ਦੁੱਧ ਛਕ ਲਵੋ। ਕਹਿੰਦੇ ਠੀਕ ਹੈ, ਸਾਓ ਰੱਖ ਲਾ, ਲੱਖੇ ਸ਼ਾਹ ਰੱਖ ਲਾ, ਛਕ ਲੈਂਦੇ ਹਾਂ। ਅੱਖਾਂ ਖੋਲ੍ਹੀਆਂ, ਸਵਾਲ ਕਰ ਦਿੱਤਾ। ਕਹਿੰਦੇ ਜਦੋਂ ਘਰੋਂ ਤੁਰਿਆ ਸੀ, ਕੋਈ ਰਸਤੇ ਦੇ ਵਿੱਚ ਮਿਲਿਆ। ਕਹਿੰਦੇ ਸਤਿਗੁਰੂ ਮਹਾਂਪੁਰਖੋ, ਪਹਿਲੀ ਤਾਂ ਗੱਲ ਥੋੜ੍ਹਾ ਜਿਹਾ ਕਵੇਲਾ ਹੋ ਗਿਆ, ਅੰਮ੍ਰਿਤ ਵੇਲਾ ਖੁੰਝ ਗਿਆ। ਔਰ ਰਸਤੇ ਦੇ ਵਿੱਚ ਜਦੋਂ ਘਰੋਂ ਤੁਰਿਆ ਸੀ, ਥੋੜ੍ਹੇ ਜਿਹੇ ਦੋ ਮੁਸਾਫਰ ਮਿਲੇ, ਬਾਕੀ ਮੈਂ ਖੱਤਿਓ ਖੱਤੀ ਹੋ ਗਿਆ, ਸਿੱਧਾ ਹੀ ਹੋ ਗਿਆ। ਕਹਿੰਦਾ ਜਦੋਂ ਰਸਤੇ ਦੇ ਵਿੱਚ ਘਰੋਂ ਤੁਰੇ ਸੀ ਕੋਈ ਮਿਲਿਆ? ਕਹਿੰਦਾ ਹਾਂ, ਇੱਕ ਦੋ ਰਾਹਗੀਰ ਮਿਲੇ। ਜਿਹੜੇ ਰਾਹਗੀਰ ਮਿਲੇ ਉਹਨਾਂ ਨੂੰ ਫਿਰ ਫਤਿਹ ਬੁਲਾਈ। ਕਹਿੰਦਾ ਫਤਿਹ ਬੁਲਾਈ ਜੀ। ਕਹਿੰਦਾ ਪਹਿਲਾਂ ਕਿੰਨੇ ਬੁਲਾਈ? ਆਖੋ ਸਤਿਨਾਮ। ਕਹਿੰਦਾ ਜੀ ਪਹਿਲਾਂ ਤਾਂ ਉਹਨਾਂ ਨੇ ਬੁਲਾਈ। ਅੱਛਾ, ਉਹਨਾਂ ਨੇ ਬੁਲਾਈ ਤੇ ਫਿਰ ਤਾਂ ਗੁਰੂ ਵੱਲ ਤਾਂ ਪਿੱਠ ਹੋ ਗਈ ਤੇਰੀ, ਗੁਰੂ ਵੱਲ ਮੁੱਖ ਤਾਂ ਉਹਨਾਂ ਦਾ ਹੋਇਆ। ਕਿਉਂਕਿ ਅਸੀਂ ਜਦੋਂ ਕਿਸੇ ਨੂੰ ਮਿਲਦੇ ਨਾ, ਪਹਿਲਾਂ ਸਾਡਾ ਜੀ ਕਰ ਦਿੰਦਾ ਵੀ ਉਹ ਫਤਿਹ ਬੁਲਾਵੇ, ਕਿਉਂਕਿ ਅੰਦਰ ਫਿਰ ਵੀ ਹਉਮੈ ਬਣੀ ਰਹਿੰਦੀ ਹੈ। ਭਾਵੇਂ ਕਿ ਬਚਨ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ, ਤੇ ਸਾਨੂੰ ਅਗਲਾ ਬੁਲਾਵੇ, ਅੰਦਰ ਹਉਮੈ ਰੱਖਦਾ, ਥੋੜ੍ਹੀ ਸੂਖਸ਼ਮ ਰਹਿੰਦੀ। ਸੋ ਨਾਲ ਹੀ ਸਮਝਾਤਾ, ਕਹਿੰਦੇ ਕਿ ਜਦੋਂ ਫਤਿਹ ਬੁਲਾਉਣੀ ਉਦੋਂ ਨਿਮਰਤਾ ਆਪਣੇ ਆਪ ਹੀ ਆ ਜਾਣੀ। ਜੇ ਨੀਵਾਂ ਭਾਵ ਹੋਏਗਾ ਤਾਂ ਫੇਰ ਹੀ ਫਤਿਹ ਬੁਲਾਓਗੇ, ਨਹੀਂ ਤਾਂ ਆਕੜ 'ਚ ਬੰਦਾ ਬੁਲਾਉਂਦਾ ਹੀ ਨਹੀਂ। ਇਸ ਕਰਕੇ ਜਿਨ੍ਹਾਂ ਨੇ ਸੰਗਤ ਕੀਤੀ ਇੱਦਾਂ ਪ੍ਰੇਮ ਦੇ ਨਾਲ ਸਤਿਗੁਰੂ ਸਮਝਾਉਂਦੇ, ਉਹ ਮਹਾਂਪੁਰਖ ਪ੍ਰਭੂ ਦੇ ਪਿਆਰੇ, ਵੀ ਬੁਲਾਉਣਾ ਭਾਈ ਪ੍ਰੇਮ ਦੇ ਨਾਲ, ਨਾਲੇ ਤਾਂ ਜਾਪ ਹੋ ਜਾਂਦਾ, ਨਾਲੇ ਮਨ ਥੱਲੇ ਨੀਵੀਂ ਅਵਸਥਾ ਵਿੱਚ ਆ ਜਾਂਦਾ। ਅਸੀਂ ਆ ਕੇ ਗੁਰੂ ਨੂੰ ਕਹਿੰਦੇ ਗੁਰੂ ਸਾਨੂੰ ਵੱਡਾ ਕਰ ਦੇ, ਉੱਚਾ ਕਰ ਦੇ, ਪਰ ਗੁਰੂ ਨੂੰ ਕਿਹਾ ਕਰ ਸਾਨੂੰ ਛੋਟਾ ਕਰ ਦੇ। ਆਖੋ ਸਤਿਨਾਮ। ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਏ। ਪੜ੍ਹਦੇ ਹਾਂ, ਸੁਣਦੇ ਹਾਂ, ਪਰ ਫਿਰ ਵੀ ਵੱਡੇ ਹੋਣ ਦੀ ਦਾਤ ਮੰਗੀ ਜਾਂਦੇ। ਗੁਰੂ ਨਾਨਕ ਦੇ ਘਰ ਦਾ ਨਿਜਮਾਵਲੀ ਬੜੀ ਉਲਟ ਲੱਗਦੀ ਕਈ ਵਾਰ ਵੇਖਣ ਨੂੰ। ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ, ਠਾਰਨ ਵਾਸਤੇ, ਉਭਾਰਨ ਵਾਸਤੇ। ਸਤਿਗੁਰੂ ਜੀ ਕੋਲੋਂ ਸਦੀਵ ਕਾਲ ਵਾਸਤੇ ਕਿਰਪਾ ਮੰਗਣੀ। ਸੋ ਆਓ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਧੰਨਵਾਦ ਵਿੱਚ ਜੁੜੀਏ। ਪੜ੍ਹਦੇ ਸੀ ਸ਼ਬਦ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਭਰਿਆ। ਮਨ ਹੁਣ ਸਾਵਣ ਦਾ ਮਹੀਨਾ ਚੜ੍ਹ ਪਿਆ ਭਾਈ, ਬਨਸਪਤੀ ਸਾਰੀ ਦੀ ਸਾਰੀ ਹਰੀ ਭਰੀ ਹੋ ਜਾਣੀ, ਤੇ ਪਰ ਅਸੀਂ ਉਹ ਸੁੱਕੇ ਦੇ ਸੁੱਕੇ ਰਹਿਣਾ, ਅਸੀਂ ਕਠੂਲੇ ਹੀ ਰਹਿਣਾ। ਸੋ ਇਸ ਕਰਕੇ ਗੁਰੂ ਕੋਲੋਂ ਇਹ ਦਾਤ ਮੰਗਣੀ ਭਾਈ, ਨਾਮ ਦੀ ਦਾਤ, ਬੰਦਗੀ, ਭਰੋਸਾ, ਸੀਸ। ਸਤਿਗੁਰੂ ਜੀ ਸਦੀਵ ਕਾਲ ਦਾ ਖੇੜਾ ਬਖਸ਼ਣ, ਆਨੰਦ ਬਖਸ਼ਣ, ਔਰ ਜਿਹੜੇ ਸਿਧਾਂਤ ਨੇ ਉਹਨਾਂ ਦੇ ਨਾਲ ਵਾਬਸਤਾ ਹੋਈਏ। ਆਓ ਪ੍ਰੇਮ ਦੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ